ਹਾਜ਼ਰੀ ਹੈ ਜੀ। ਮੈਂ ਹਾਂ ਤੁਹਾਡੇ ਨਾਲ ਰਮਨਦੀਪ ਕੌਰ ਤੇ ਮੇਰੇ ਨਾਲ ਨੇ ਮੇਰੇ ਸਹਿਵਕਤਾ ਹਰਸ਼ਵਰਧਨ ਸਿੰਘ ਤੇ ਜੇਕੇ ਚੈਨਲ ਦੇ ਮਾਧਿਅਮ ਦੇ ਰਾਹੀਂ ਅਸੀਂ ਜੁੜ ਚੁੱਕੇ ਹਾਂ ਤੁਹਾਡੇ ਨਾਲ। ਤੇ ਸਭ ਤੋਂ ਪਹਿਲਾਂ ਦਰਸ਼ਕੋ ਆਪਣਾ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਪ੍ਰਣਾਮ ਕਰਦੇ ਹਾਂ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਦੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ। ਤੇ ਅੱਜ ਸਾਡਾ ਗੱਲਬਾਤ ਕਰਨ ਦਾ ਵਿਸ਼ਾ ਵੀ ਸਾਰਾ ਉਹਨਾਂ ਸ਼ਹੀਦਾਂ ਦੇ ਦਾਰਮਦਾਰੀ ਰਹੇਗਾ। ਤਾਂ ਤੁਸੀਂ ਪਿੱਛੇ ਸਕਰੀਨ ਤੇ ਦੇਖ ਸਕਦੇ ਹੋ ਤਸਵੀਰਾਂ, ਤਾਂ ਸਮਝ ਗਏ ਹੋਗੇ ਕਿ ਅੱਜ 23 ਮਾਰਚ ਦਾ ਦਿਨ ਆ ਜਿਹੜਾ बहुत ही शहीदां दी याद नूं समर्पित देना। अज दे दिन सरदार भगत सिंह राजगुरू अते सुखदेव सिंह नूं फांसी दित्ती गई सी अते इह तीनों ही जिहड़े अज दे दिन नूं शहीद होए सन। 1931 दा दिन जिहड़ा 1931 नूं 23 मार्च का दिन भुलाया नहीं जा सकता। बहुत वड्डी शहादत हुई सी, पर किते ना किते अज जिहड़ा समा चल रहा ना भुलाउंदे जा रहे हैं ਅਸੀਂ। ਹਰਸ਼ਵਰਧਨ ਸ਼ਹੀਦਾਂ ਦੀ ਜਿਹੜੀ ਕੋਈ ਕਿਉਂਕਿ ਦਿਨ ਹੀ ਰਹਿ ਗਏ ਨੇ, ਇਹ ਵੀ ਦਿਨਾਂ ਤੇ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਪੋਸਟਾਂ ਪਾ ਕੇ ਬਿਲਕੁਲ ਇੱਕ ਦੂਜੇ ਨੂੰ ਚੇਤਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਭਾਈ ਅੱਜ 1931 ਨੂੰ 23 ਮਾਰਚ ਵਾਲੇ ਦਿਨ ਆ ਜਿਹੜੇ ਸਾਡੇ 3 ਯੋਧਿਆਂ ਨੂੰ फांसियां दित्तियां गई सी, क्योंकि साडे लिए ही लड़े सी। वो देश नूं आज़ाद करवाउण दे लई आज़ादी दे घोल दे अंदर जिन्नियां उन्हां ने तसीहे सहे ने शायद ही किसी ने सही होणगे। किवें कहोगे तुसीं हर्षवर्धन? मैं ये चीज़ मैनूं लगदा है रमनदीप जी, मैं इनू गा के 2 लाइनां च बयान करना चाहांगा, बजाए कि मैं मेरे को इन्ने लफ्ज़ नहीं इनके इन्हां दी इन्नी वड्डी कुर्बानी दी मैं इनू लफ्ज़ां च बयान कर सकां। मैं 2 लाइनां गा के इनू बयान करना चाहांगा। देश नू चलो होए देश नू चलो, देश नू चलो होए देश नू चलो, देश मांगता है कुर्बानियाँ, देश मांगता है कुर्बानियाँ, कानू परदेसां विच रोलिए जवानियाँ, देश नू चलो होए देश नू चलो, देश नू चलो होए देश नू चलो। बिल्कुल हर्षवर्धन, जिस भाव दे नाल तुसी गाया, हर एक दा इन्हां शहीदां नूं याद करके ये जिहड़ा तुहाडा गाया होया सुन के दिल जरूर वलूंदरिया जावेगा। क्योंकि अजकल असीं देखिया कि असीं बहुत ज़्यादा विसारदे जा रहे हैं। हर्षवर्धन, साडी जिहड़ी जवानी आ ये भी तां 23 वरियां दी सी जदों इन्हां नूं फांसी होई सी। ये भी तां अपनी जवानी दे अंदर सी, ना तां इन्हां ने बचपन सीगा, वो भी आज़ादी दे घोल दे अंदर ही जिहड़ा इन्हां दा सांभिया गया। ਤੇ ਹੁਣ ਜਿਹੜਾ ਇਹਨਾਂ ਦੀ ਹੁਣ ਦੇ ਜਿਹੜਾ ਆਪਾਂ ਗੱਲ ਕਰੀਏ, ਕਿਉਂਕਿ ਅਸੀਂ ਅਕਸਰ ਵੇਖਦੇ ਹਾਂ ਕਿ ਜਿਹੜਾ ਸ਼ਹੀਦੀ ਸੰਘਰਸ਼ ਦਾ ਬੂਟਾ ਜਾਂ ਜੈਸਾ ਵੀ ਅਸੀਂ ਕਹਿੰਦੇ ਹਾਂ, ਜੇ ਕੋਈ ਆਪਾਂ ਦੇਖਦੇ ਹਾਂ ਯੋਧਾ ਬਣਦਾ ਤਾਂ ਉਹ ਕਿਸਾ ਆਪਣੇ ਪਰਿਵਾਰ ਤੋਂ ਹੀ ਉਹਨੂੰ ਜਿਹੜੀ ਸਿੱਖ ਮਿਲਦੀ ਆ। ਤਾਂ ਇਹਨਾਂ ਦਾ ਜਿਹੜੇ ਪਰਿਵਾਰ ਦੇ ਅਸੀਂ ਅਗਰ ਸਰਦਾਰ ਭਗਤ ਸਿੰਘ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਇਹਨਾਂ ਦੇ ਜਿਹੜੇ ਪਿਤਾ ਜੀ ਸੀ ਕਿਸ਼ਨ ਸਿੰਘ ਤੇ ਚਾਚਾ ਅਜੀਤ ਸਿੰਘ, ਇਹਨਾਂ ਨੂੰ ਤਾਂ ਗੁੜਤੀ ਹੀ ਸ਼ਹਾਦਤ ਦੀ ਮਿਲੀ ਸੀ। ਇਹਨਾਂ ਨੂੰ ਤਾਂ ਗੁੜਤੀ ਹੀ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਇਹਨਾਂ ਦਾ ਤਾਂ ਜਨਮ ਹੀ ਕ੍ਰਾਂਤੀਕਾਰੀਆਂ ਦੇ ਘਰੇ ਹੋਇਆ ਸੀ। ਬਿਲਕੁਲ ਰਮਨਦੀਪ, ਨਾਲ ਦੇ ਨਾਲ ਜਿਹੜਾ ਮੈਂ ਥੋੜੀ ਦੇਰ ਪਹਿਲੇ 2 ਲਾਈਨਾਂ ਗਾਈਆਂ, ਕਰਤਾਰ ਸਿੰਘ ਸਰਾਭਾ ਜੀ ਨੂੰ ਆਦਰਸ਼ ਮੰਨਦੇ ਸੀ ਸਰਦਾਰ ਭਗਤ ਸਿੰਘ, ਤੇ ਉਹਨਾਂ ਦੀ ਗਾਇਨ ਕੀਤੀ ਲਾਈਨਾਂ ਤੇ ਉਹਨਾਂ ਦੇ ਇੱਕ ਮਨ ਵਿੱਚ ਇੱਕ ਨਿਸ਼ਠਾ ਸੀ ਕਿ ਅਸੀਂ ਆਪਣੇ ਦੇਸ਼ ਵਿੱਚ ਰਹਿ ਕੇ ਗੁਲਾਮ ਕਿਉਂ ਆ। ਤੇ ਉਹ ਜਿਹੜੇ ਉਹਨਾਂ ਦੇ ਅੰਦਰ ਅੱਗ ਸੀ ਨਾ, ਉਹ ਜਲਿਆਂਵਾਲੇ ਬਾਗ ਦੇ ਮੈਸੇਕੇਅਰ ਤੋਂ ਬਾਅਦ ਉਹ ਔਰ ਖੁੱਲ ਕੇ ਬਾਹਰ ਆਈ ਤੇ ਉਹਦੇ ਬਾਅਦ ਉਹਨੇ ਇੱਕ ਵਿਕਰਾਲ ਰੂਪ ਧਾਰਨ ਕੀਤਾ। ਹਾਲਾਂਕਿ ਐਜੂਕੇਟਿਡ ਵੀ ਸਨ, ਲੇਕਿਨ ਇਹਨਾਂ ਦਾ ਕਹਿਣ ਦਾ ਸਿਰਫ ਇਹ ਮਕਸਦ ਸੀ ਕਿ ਇੱਕ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਤੁਸੀਂ ਜਿਹੜਾ ਹੈ ਸਲੇਵ ਬਣ ਕੇ ਨਹੀਂ ਰਹਿ ਸਕਦੇ। बिल्कुल, असी सब तो पहला तो हर्षवर्धन मैं सरदार भगत सिंह जी दे जिहड़ा जन्म ते थोड़ा जिहा चानना पा देवां। सरदार भगत सिंह दा जन्म आ जिहड़ा 28 ਸਤੰਬਰ 1907 ਨੂੰ ਤੇ ਜੱਟ ਸੰਧੂ ਪਰਿਵਾਰ ਤੋਂ ਇਹ ਜਿਹੜੇ ਬਿਲੋਂਗ ਕਰਦੇ ਸੀ। ਤੇ ਕ੍ਰਾਂਤੀਕਾਰੀ ਦੀ ਗੁੜਤੀ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਹਨਾਂ ਨੂੰ ਆਪਣੇ ਜਿਹੜੇ ਪਰਿਵਾਰ ਤੋਂ ਹੀ ਮਿਲੀ ਸੀ। ਤੇ ਇਹ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਦੇ ਪਰਿਵਾਰ ਦੇ ਜਿਹੜੇ ਨਾਲ ਅਸੀਂ ਵੀ ਕਾਫੀ ਜ਼ਿਆਦਾ ਲੱਭ ਕੇ ਇਹਨਾਂ ਦੇ ਪਰਿਵਾਰ ਦੇ ਨਾਲ ਥੋੜੀ ਜੀ ਉਹਨਾਂ ਦੇ ਬਾਰੇ ਡਿਟੇਲ ਜਿਹੜੀ ਕੱਢੀ ਆ ਤੇ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨਾ ਚਾਹਾਂਗੇ। ਕਿਉਂਕਿ ਇਹੋ ਜਿਹੇ ਸ਼ਹੀਦਾਂ ਦੇ ਸਭ ਤੋਂ ਪਹਿਲਾਂ ਪਰਿਵਾਰਾਂ ਤੇ ਜਿਨ੍ਹਾਂ ਦੇ ਉਹਨਾਂ ਦੇ ਛਤਰ ਛਾਇਆ ਦੇ ਹੇਠਾਂ ਜਿਨ੍ਹਾਂ ਨੇ ਉਹਨਾਂ ਨੂੰ ਜਜ਼ਬਾ ਪੈਦਾ ਕੀਤਾ ਤਾਂ ਉਹਨਾਂ ਤੋਂ ਪਰਿਵਾਰ ਤੋਂ ਹੀ ਹੋਇਆ। ਉਹਨਾਂ ਦਾ ਪੂਰਾ ਪਰਿਵਾਰ ਹੀ ਆਜ਼ਾਦੀ ਦੇ ਘੋਲ ਦੇ ਵਿੱਚ ਹਮੇਸ਼ਾ ਅੱਗੇ ਰਿਹਾ। ਤਾਂ ਸਭ ਤੋਂ ਪਹਿਲਾਂ ਮੈਂ ਦੱਸ ਦਵਾਂ, ਸਰਦਾਰ ਫਤਿਹ ਸਿੰਘ सरदार भगत सिंह जी दे पड़दादा, उन्होंने भी बहुत इन्हां नूं योगदान रहा। पड़दादा जी नूं उन्होंने बहुत सारियां जिहड़ियां सिखां दित्तियां सीगियां। उसके बाद सरदार खेम सिंह भगत सिंह जी दे पड़दादा जी, उसके बाद सरदार अर्जन सिंह दादा जी, श्रीमती जय कौर दादी जी,
श्रीमती विद्यावती जी माता जी, सरदार किशन सिंह जी पिता जी, श्रीमती हरनाम कौर चाची जी, सरदार अजीत सिंह चाची जी, श्रीमती हुकम कौर चाची जी, सरदार सवराज सिंह चाचा जी, ते मैनू माफ़ करियो सरदार अजीत सिंह चाचा जी, सरदार भगत सिंह, सरदार जगत सिंह, सरदार भगत सिंह जी दे भरा, श्रीमती अमर कौर छोटी भैन, श्रीमती कुलबीर, सरदार कुलबीर सिंह छोटा भाई, सरदार कुलतार सिंह भरा, श्रीमती प्रकाश कौर भैन, श्रीमती शकुंतला भैन, सरदार राजिंदर सिंह छोटा भाई ते सरदार रणबीर सिंह छोटा भरा। ਇਹ ਜਿਹੜੇ ਇਹਨਾਂ ਪਰਿਵਾਰ ਦੇ ਮੈਂਬਰਾਂ ਦੇ ਨਾਮ ਤੁਹਾਡੇ ਨਾਲ ਸਾਂਝੇ ਕਰਨੇ ਜ਼ਰੂਰੀ ਬਣ ਜਾਂਦੇ ਸੀ ਕਿਉਂਕਿ ਅਸੀਂ ਇਹਨਾਂ ਨੂੰ ਵਸਾਰਦੇ ਜਾ ਰਹੇ ਹਾਂ। ਹਰਸ਼ਵਰਧਨ, ਅਸੀਂ ਅਕਸਰ ਦੇਖਦੇ ਹਾਂ ਕਿ ਅਸੀਂ ਅੱਜ ਦੀ ਪੀੜ੍ਹੀ ਨੂੰ ਤਾਂ ਚਲੋ ਚੇਤਾ ਹੀ ਕਿੱਥੋਂ ਹੋਣਾ ਆਪਦੇ ਪਿਓ ਦਾਦਿਆਂ ਪੜਦਾਦਿਆਂ ਦਾ, ਲੇਕਿਨ ਅਸੀਂ ਤਾਂ ਕੁਝ ਕਰਕੇ ਵੀ ਨਹੀਂ ਚੱਲੇ ਤੇ ਸਾਡੇ ਪੜਦਾਦਿਆਂ ਨੇ ਵੀ ਸ਼ਾਇਦ ਕੁਝ ਹਜੇ ਤੱਕ ਕੀਤਾ ਵੀ ਨਹੀਂ ਹੋਣਾ ਜਿਹੜਾ ਅਸੀਂ ਇਹਨਾਂ ਨੂੰ ਚੇਤਾ ਰੱਖਦੇ, ਜਾਂ ਸਾਡੇ ਲਈ ਚੇਤਾ ਰੱਖਣਾ ਜ਼ਰੂਰੀ ਹੈ ਤਾਂ ਜਿਹੜੇ ਦੂਜੇ ਲੋਕ ਵੀ ਕਿਉਂ ਚੇਤਾ ਰੱਖਣ। ਪਰ ਜਿਹੜੇ ਇਹ ਸ਼ਹਾਦਤ ਦੇਣ ਵਾਲੇ ਜਿਹੜੇ ਸ਼ਹੀਦ ਸਨ, ਇੰਨੀ ਛੋਟੀ ਉਮਰ ਦੇ ਅੰਦਰ ਸ਼ਹਾਦਤਾਂ ਦਿੱਤੀਆਂ ਸਰਦਾਰ ਭਗਤ ਸਿੰਘ ਹੋਣਾ ਨੇ, ਉਹਨਾਂ ਦੀ ਪਿਛਲੀ ਪੀੜ੍ਹੀ ਨੂੰ ਚੇਤਾ ਕਰਨਾ ਬਣਦਾ ਕਿਉਂਕਿ ਉਹ ਰੱਖਦੇ ਸੀ ਅਜਿਹੇ ਯੋਧਿਆਂ ਨੂੰ, ਉਹਨਾਂ ਨੇ ਪੈਦਾ ਕੀਤਾ ਅਜਿਹੇ ਯੋਧਿਆਂ ਨੂੰ, ਉਹਨਾਂ ਨੇ ਆਜ਼ਾਦੀ ਦੇ ਸੰਘਰਸ਼ ਦੇ ਬਾਰੇ ਦੱਸਿਆ, ਲੁਕੋ ਕੇ ਨਹੀਂ ਰੱਖਿਆ। ਅੱਜ ਕੱਲ੍ਹ ਹਰਸ਼ਵਰਧਨ ਅਸੀਂ ਦੇਖਦੇ ਹਾਂ ਕਿ ਅਸੀਂ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਹਾਂ ਕਿ ਅੱਜ ਜ਼ਮਾਨਾ ਆ ਗਿਆ, ਸਾਨੂੰ ਉੱਠ ਕੇ ਆਪਦੇ ਹੱਕ ਮੰਗਣੇ ਚਾਹੀਦੇ ਆ, ਸਰਦਾਰ ਭਗਤ ਸਿੰਘ ਨੂੰ ਮੋੜਾ ਜਾਣਾ ਚਾਹੀਦਾ, ਪਰ ਸਰਦਾਰ ਭਗਤ ਸਿੰਘ ਦੀ ਅਕਸਰ ਇਹ ਗੱਲ ਅਸੀਂ ਵੇਖਦੇ ਹਾਂ ਕਿ ਸਰਦਾਰ ਭਗਤ ਸਿੰਘ ਮੁੜ ਤਾਂ ਆਵੇ, ਪੈਦਾ ਤਾਂ ਹੋਵੇ, ਪਰ ਗੁਆਂਢੀਆਂ ਦੇ ਘਰੇ ਪੈਦਾ ਹੋਵੇ, ਸਾਡੇ ਘਰੇ ਸਰਦਾਰ ਭਗਤ ਸਿੰਘ ਨਾ ਪੈਦਾ ਹੋਵੇ, ਕਿਉਂਕਿ ਹਰ ਇੱਕ ਨੂੰ ਆਪਦੇ ਬੱਚੇ ਆ ਜਿਹੜੇ ਬਹੁਤ ਪਿਆਰੇ ਹੁੰਦੇ ਆ। ਤਾਂ ਸਰਦਾਰ ਕਿਸ਼ਨ ਸਿੰਘ ਜੀ ਨੂੰ ਵੀ ਆਪਣਾ ਪੁੱਤਰ ਪਿਆਰਾ ਸੀ, ਪਰ ਉਹਨਾਂ ਨੇ ਦੇਸ਼ ਦੇ ਜਿਹੜਾ ਨਾਮ ਉਹਨਾਂ ਨੂੰ ਕਰ ਦਿੱਤਾ ਸੀ। ਕਿਉਂਕਿ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹਾਂ, ਤੁਸੀਂ ਬਿਲਕੁਲ ਆਖਿਆ ਕਿ ਜਦੋਂ 13 ਅਪ੍ਰੈਲ 1913 ਈਸਵੀ ਨੂੰ ਜ਼ਿਲ੍ਹਿਆਂਵਾਲੇ ਬਾਗ ਦੇ ਅੰਦਰ ਵਿਸਾਖੀ ਵਾਲੇ ਦਿਨ ਜਦੋਂ ਜਨਰਲ ਡਾਇਰ ਨੇ ਗੋਲੀ ਚਲਾਉਣ ਨੂੰ ਆਖੀ ਸੀ ਤਾਂ ਸਰਦਾਰ ਭਗਤ ਸਿੰਘ ਜਿਹੜੇ ਆਪਣੇ ਚਾਚਾ ਅਜੀਤ ਸਿੰਘ ਦੇ ਨਾਲ ਉਸੇ ਹੀ ਜਗ੍ਹਾ ਤੇ ਸੀਗੇ, ਤਾਂ ਉਹਨਾਂ ਨੇ ਇਹ ਸਾਰਾ ਜਿਹੜਾ ਹੱਤਿਆ ਕਾਂਡ, ਉਸ ਟਾਈਮ ਨਿਹੱਥੇ ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ, ਉਹਨਾਂ ਨੇ ਆਪਣਾ ਜਿਹੜਾ ਇਹ ਹੱਤਿਆ ਕਾਂਡ ਅੱਖੀ ਦੇਖਿਆ। ਕਿਉਂਕਿ ਅਸੀਂ ਸੁਣਦੇ ਹਾਂ ਕਿ ਉਸ ਟਾਈਮ ਨਿਹੱਥੇ ਲੋਕਾਂ ਦੇ ਉੱਤੇ ਪਤਾ ਨਹੀਂ ਸੀ, ਲੋਕ ਵਿਸਾਖੀ ਮਨਾਉਣ ਨੂੰ ਉੱਥੇ ਇਕੱਠੇ ਹੋਏ ਸੀ, ਜਨਰਲ ਡਾਇਰ ਨੇ ਆਰਡਰ ਦਿੱਤਾ, ਗੋਲੀਆਂ ਚਲਾ ਦਿੱਤੀਆਂ, ਤਾਂ ਲੋਕਾਂ ਨੇ ਡਰ ਦੇ ਮਾਰੇ ਉਸ ਜ਼ਿਲ੍ਹਿਆਂਵਾਲੇ ਬਾਗ ਦੇ ਅੰਦਰ ਜਿਹੜਾ ਖੂਹ ਸੀ ਜਿਉਂਦੇ ਹੀ ਉਹਦੇ ਅੰਦਰ ਛਾਲਾਂ ਮਾਰ ਦਿੱਤੀਆਂ ਸੀਗੀਆਂ। ਤਾਂ ਇਹ ਸਾਰਾ ਜਿਹੜਾ ਖੂਨੀ ਘੋਲ, ਖੂਨੀ ਖੇਲ ਆ ਸਰਦਾਰ ਭਗਤ ਸਿੰਘ ਨੇ ਆਪਦੇ ਅੱਖੀ ਵੇਖਿਆ ਸੀ। ਸਰਦਾਰ ਭਗਤ ਸਿੰਘ ਬਹੁਤ ਛੋਟੇ ਹੁੰਦੇ ਤੋਂ ਹੀ ਜਜ਼ਬਾਤੀ ਸੀ ਕਿਉਂਕਿ ਸਾਰਾ ਜਿਹੜੀ ਫੈਮਿਲੀ ਉਹਨਾਂ ਦਾ ਪਰਿਵਾਰ ਜਜ਼ਬਾਤੀ ਸੀ। ਤਾਂ ਅਕਸਰ ਉਹਨਾਂ ਨੇ ਖੇਤ ਦੇ ਵਿੱਚ ਜਾ ਕੇ ਛੋਟੇ ਛੋਟੇ ਤੀਲੇ ਬੀਜਦੇ ਸੀ, ਤਾਂ ਆਪਣੀ ਤੋਤਲੀ ਜੀ ਭਾਸ਼ਾ ਵਿੱਚ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਸੀ ਤਾਂ ਉਹ ਕਹਿੰਦੇ ਸੀਗੇ ਕਿ ਮੈਂ ਮਦੂਕਾ ਬੀਜਦਾ, ਦਮੂਕਾ ਬੀਜਦਾ, ਤਾਂ ਉਹਨਾਂ ਨੂੰ ਬੋਲਣਾ ਨਹੀਂ ਆਉਂਦਾ ਸੀ, ਬੰਦੂਕਾ ਨਹੀਂ ਸੀ ਬੋਲਣਾ ਦਾ, ਕਹਿੰਦੇ ਦਮੂਕਾ ਕਹਿੰਦੇ ਸੀ। ਤਾਂ ਪਰ ਉਹ ਕਹਿਣਾ ਚਾਹੁੰਦੇ ਸੀ ਕਿ ਜਿਹੜੇ ਬ੍ਰਿਟਿਸ਼ ਨੇ, ਜਿਹੜੇ ਇਹ ਅੰਗਰੇਜ਼ਾਂ ਨੇ ਸਾਡੇ ਦੇਸ਼ ਨੂੰ, ਜਿਹੜਾ ਭਾਰਤ ਨੂੰ ਆਪਣੇ ਵੱਸ ਕੀਤਾ ਹੋਇਆ, ਉਹਨੂੰ ਛਡਾਉਣ ਦੇ ਲਈ ਮੈਂ ਇਹ ਬੰਦੂਕਾਂ ਬੀਜ ਰਿਹਾ, ਤੇ ਇਹਨਾਂ ਬੰਦੂਕਾਂ ਦੇ ਨਾਲ ਮੈਂ ਕੱਲੇ ਕੱਲੇ ਤੋਂ ਜ਼ਿਲ੍ਹਿਆਂਵਾਲੇ ਬਾਗ ਦੇ ਹੱਤਿਆਕਾਂਡ ਦਾ ਜਿਹੜਾ ਬਦਲਾ ਲੈਣਾ ਵਾ। ਇੰਨੀ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਵਿੱਚ ਅਜਿਹਾ ਜਜ਼ਬਾ ਸੀ। ਤਾਂ ਹਰਸ਼ਵਰਧਨ, ਮੈਂ ਚਾਹੂੰਗੀ ਇੱਥੇ ਥੋੜਾ ਜਿਹਾ ਤੁਸੀਂ ਗਾ ਕੇ, ਕਿਉਂਕਿ ਮੈਨੂੰ ਇਹ ਲੱਗਦਾ ਕਿ ਅਗਰ ਤੁਸੀਂ ਗਾ ਕੇ ਦੱਸਦੇ ਹੋ ਤਾਂ ਸ਼ਾਇਦ ਆਪਣੀਆਂ ਜਿਹੜੀਆਂ ਫੀਲਿੰਗਸ ਆ ਉਹ ਵਧੀਆ ਤਰੀਕੇ ਦੇ ਨਾਲ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਦੇ ਹੋ। ਜੀ ਬਿਲਕੁਲ, ਦੋ ਲਾਈਨਾਂ ਗਾਉਣ ਤੋਂ ਪਹਿਲੇ ਮੈਂ ਰਾਜਗੁਰੂ ਤੇ ਸੁਖਦੇਵ ਜੀ ਬਾਰੇ ਵੀ ਕੁਝ ਕਹਿਣਾ ਚਾਹਾਂਗਾ, ਕਿਉਂਕਿ ਇਹਨਾਂ ਤਿੰਨਾਂ ਦੀ ਜਿਹੜੀ ਦੋਸਤੀ ਸੀ ਉਹ ਇੰਨੀ ਗੂੜੀ ਸੀ ਕਿ ਕਹਿੰਦੇ ਨੇ ਜਦੋਂ ਇਹਨਾਂ ਨੂੰ ਫਾਂਸੀ ਲੱਗਣ ਲੱਗੀ ਸੀ, ਇਹ ਪਿਕਚਰਾਈਜੇਸ਼ਨ ਵੀ ਹੋਈ ਜਦੋਂ ਦ ਲੈਜੈਂਡ ਆਫ ਭਗਤ ਸਿੰਘ ਰਿਲੀਜ਼ ਹੋਈ, ਤੇ ਉਹਦੇ ਬਾਅਦ ਦੱਸਿਆ ਜਾਂਦਾ ਇਹਨਾਂ ਨੇ ਅਗਰ ਵਕਤ ਮੰਗਿਆ ਵੀ ਕੋਈ ਆਖਰੀ ਖੁਆਇਸ਼ ਇਹਨਾਂ ਨੂੰ ਜਦੋਂ ਦਰੋਗਾ ਨੇ ਪੁੱਛੀ ਤਾਂ ਭਗਤ ਸਿੰਘ ਤੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਇੱਕ ਦੂਜੇ ਨੂੰ ਗਲੇ ਲੱਗਣਾ ਚਾਹੁੰਦੇ ਹਾਂ ਜੀ। ਤੇ ਜਦੋਂ ਇਹਨਾਂ ਨੇ ਗਲੇ ਲੱਗੇ, ਫਿਰ ਗਲੇ ਲੱਗ ਕੇ ਇਹਨਾਂ ਥੋੜੇ ਇਮੋਸ਼ਨਲ ਵੀ ਹੋਏ, ਲੇਕਿਨ ਮੈਨੂੰ ਲੱਗਦਾ ਹੈ ਕਿ ਜਿਹੜੀ ਦੋਸਤੀ ਦੀ ਇੱਕ ਮਿਸਾਲ ਪੇਸ਼ ਹੋਈ ਹੈ ਸ਼ਹਾਦਤ ਦੇ ਨਾਲ ਨਾਲ, ਜਿਹੜੀ ਇੱਕ ਸੱਚੀ ਦੋਸਤੀ ਦੀ, ਜਿਹਨੂੰ ਯਾਰੀ ਅਸੀਂ ਕਹਿੰਦੇ ਹਾਂ, ਸੱਚੀ ਯਾਰੀ ਦੀ ਅਗਰ ਕੋਈ ਮਿਸਾਲ ਪੇਸ਼ ਹੋਈ ਹੈ ਤਾਂ ਇਹਨਾਂ ਤਿੰਨਾਂ ਦੀ ਹੋਈ ਹੈ, ਭਗਤ ਸਿੰਘ ਦੀ, ਸੁਖਦੇਵ ਜੀ ਦੀ ਤੇ ਰਾਜਗੁਰੂ ਦੀ। ਕਿਉਂਕਿ ਸ਼ੁਰੂਆਤ ਤੋਂ ਲੈ ਕੇ ਤੇ ਅੰਤ ਤੇ ਫਾਂਸੀ ਦੇ ਫੰਦੇ ਤੱਕ, ਜ਼ਿੰਦਗੀ ਤੋਂ ਲੈ ਕੇ ਮੌਤ ਤੱਕ ਤਿੰਨੇ ਇਕੱਠੇ ਰਹੇ। ਤੇ ਜਦੋਂ ਫਾਂਸੀ ਲੱਗਣ ਲੱਗੀ ਸੀ ਉਸ ਤੋਂ ਪਹਿਲਾਂ ਜਿਹੜਾ ਸੌਂਗ ਜਿਹੜਾ ਇਹਨਾਂ ਤੇ ਜਿਹੜਾ ਬਿਲਕੁਲ ਲਾਜ਼ਮੀ ਵੀ ਹੁੰਦਾ, ਜਿਹੜਾ ਇਹਨਾਂ ਨੇ ਗਾਇਨ ਵੀ ਕੀਤਾ, ਉਹ ਇਹ ਸੀ ਮੇਰਾ ਰੰਗ ਦੇ ਬਸੰਤੀ ਚੋਲਾ ਨੀ ਮਾਏ ਰੰਗ ਦੇ ਬਸੰਤ। ਤੇ ਉਹਦੀ ਦੋ ਲਾਈਨਾਂ ਮੈਂ ਗਾ ਦਿੰਦਾ। ਹੋ ਮੇਰਾ ਰੰਗ ਦੇ ਬਸੰਤੀ ਚੋਲਾ ਨੀ ਮਾਏ ਰੰਗ ਦੇ ਬਸੰਤੀ ਚੋਲਾ, ਹੋ ਮੇਰਾ ਰੰਗ ਦੇ ਬਸੰਤੀ ਚੋਲਾ,
ਹੋ ਮਾਏ ਰੰਗ ਦੇ ਬਸੰਤੀ ਚੋਲਾ, ਹੋ ਮੇਰਾ ਰੰਗ ਦੇ ਨੀ ਅੱਜ ਰੰਗ ਦੇ, ਹੋ ਮਾਏ ਰੰਗ ਦੇ ਬਸੰਤੀ ਚੋਲਾ, ਮਾਏ ਮੇਰਾ ਰੰਗ ਦੇ ਬਸੰਤੀ ਚੋਲਾ, ਹੋ ਮੇਰਾ ਰੰਗ ਦੇ ਬਸੰਤੀ ਚੋਲਾ, ਮੇਰਾ ਰੰਗ ਦੇ ਬਸੰਤੀ ਚੋਲਾ, ਮਾਏ ਰੰਗ ਦੇ ਬਸੰਤੀ ਚੋਲਾ। ਤੇ ਇਹ ਜਦੋਂ ਫਾਂਸੀ ਲੱਗਣ ਤੋਂ ਪਹਿਲਾਂ ਤਿੰਨੇ ਇਕੱਠੇ ਜਾ ਰਹੇ ਸੀ ਤੇ ਕਹਿੰਦੇ ਤਿੰਨੋਂ ਗੁੰਗੁਨਾਉਂਦੇ ਹੋਏ ਜਾ ਰਹੇ ਸੀ। ਤੇ ਜਿਸ ਤਰ੍ਹਾਂ ਪਿਕਚਰਾਈਜੇਸ਼ਨ ਵੀ ਹੁੰਦੀ ਹੈ, ਯੂਥ ਨੂੰ ਦੱਸਣ ਵਾਸਤੇ ਕੋਈ ਨਾ ਕੋਈ ਰੋਲ ਮਾਡਲ ਦੀ ਜ਼ਰੂਰਤ ਹੁੰਦੀ ਹੈ, ਤਾਂ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਇਹ ਸਾਡੇ ਰੋਲ ਮਾਡਲ ਨੇ ਕਿ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਣਾ। ਯੁਵਾ ਦਾ ਜਜ਼ਬਾ ਹੋਣਾ, ਯੂਥ ਦਾ ਜਜ਼ਬਾ ਹੋਣਾ ਕਿੰਨਾ ਜ਼ਰੂਰੀ ਹੈ, ਕਿਉਂਕਿ ਅਗਰ ਦੇਖਿਆ ਜਾਏ ਕਿ ਯੂਥ ਅਗਰ ਪਬਜੀ ਤੇ ਹੀ ਲੱਗਿਆ ਰਹੇ ਤੇ ਯੂਥ ਅਗਰ ਹੋਰ ਗੇਮਾਂ ਖੇਡਦਾ ਰਹੇ ਮੋਬਾਈਲ ਤੇ, ਤਾਂ ਫਿਰ ਇਹ ਭਗਤ ਸਿੰਘ ਜੈਸੇ ਪੈਦਾ ਨਹੀਂ ਹੋ ਸਕਦੇ। ਜਿਸ ਤਰ੍ਹਾਂ ਇਹ ਆਮ ਜਿਹੜਾ ਮੁਹਾਵਰਾ ਹੈ ਕਿ ਸਾਰੇ ਚਾਹੁੰਦੇ ਨੇ ਭਗਤ ਸਿੰਘ ਦਾ ਜਨਮ ਤੇ ਹੋਵੇ ਪਰ ਗੁਆਂਢੀ ਦੇ ਘਰ ਹੋ ਜਾਵੇ, ਸਾਡੇ ਘਰ ਨਾ ਹੋਵੇ। ਤਾਂ ਇਹ ਚੀਜ਼ ਬਿਲਕੁਲ ਸਹੀ ਹੈ, ਕਿਉਂਕਿ ਅਗਰ ਤੁਹਾਨੂੰ ਭਗਤ ਸਿੰਘ ਵਰਗੀ ਜਾਂ ਸੁਖਦੇਵ ਰਾਜਗੁਰੂ ਵਰਗੀ ਤੁਹਾਨੂੰ ਇੱਕ ਆਈਡੀਓਲੋਜੀ ਚਾਹੀਦੀ ਹੈ, ਉਹਦੇ ਲਈ ਤੁਹਾਨੂੰ ਪੈਸ਼ਨ ਚਾਹੀਦਾ ਆਪਣੀ ਕੰਟਰੀ ਦੇ ਵਾਸਤੇ ਸਭ ਤੋਂ ਪਹਿਲਾਂ। ਤੇ ਜਿਸ ਬੰਦੇ ਅੰਦਰ ਆਪਣੀ ਕੰਟਰੀ ਲਈ ਪੈਸ਼ਨ ਨਹੀਂ ਹੈ, ਉਹ ਫਿਰ ਠੰਡਾ ਬੰਦਾ, ਉਹ ਫਿਰ ਗੁਜ਼ਾਰੇ ਲਈ ਜ਼ਿੰਦਗੀ ਕੱਟਦਾ ਤੇ ਕੰਟਰੀ ਲਈ ਕੁਝ ਖਾਸਾ ਕਰ ਨਹੀਂ ਸਕਦਾ। ਤੇ ਨਾਲ ਦੇ ਨਾਲ ਅਗਰ ਸਿੱਖ ਕੌਮ ਦੀ ਗੱਲ ਕਰੀਏ ਤਾਂ ਸਿੱਖ ਕੌਮ ਦੇ ਵਿੱਚ ਤਾਂ ਅਰਦਾਸ ਦੇ ਵਿੱਚ ਸਭ ਤੋਂ ਪਹਿਲੇ ਕਿਹਾ ਜਾਂਦਾ ਹੈ ਕਿ ਸਾਨੂੰ ਦੇਸ਼ ਤੇ ਫਿਰ ਕੌਮ ਦਾ ਸੇਵਾਦਾਰ ਬਣਾਇਓ, ਕਿ ਦੇਸ਼ ਦਾ ਸੇਵਾਦਾਰ ਅਸੀਂ ਪਹਿਲੇ ਹਾਂ ਤੇ ਕੌਮ ਦੇ ਬਾਅਦ ਵਿੱਚ ਹਾਂ। ਤੇ ਇਹ ਮਿਸਾਲ ਭਗਤ ਸਿੰਘ ਨੇ ਵੀ ਪੇਸ਼ ਕੀਤੀ ਉਸ ਵੇਲੇ। ਜੀ ਬਿਲਕੁਲ, ਕਿ ਅਗਰ ਅਸੀਂ ਗੱਲ ਕਰਦੇ ਆ ਕਿ ਅਸੀਂ ਅਕਸਰ ਵੀ ਦੇਖਦੇ ਆ ਕਿ ਹਰਸ਼ਵਰਧਨ ਜਜ਼ਬਾ ਵਾ ਜਿਹੜਾ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਭਰਿਆ ਹੋਇਆ ਸੀ। ਤੇ ਗੱਲ ਕੀਤੀ ਤੁਸੀਂ ਜਵਾਨੀ ਦੀ, ਨੌਜਵਾਨ ਜਿਹੜਾ ਇਸ ਸਮੇਂ ਆ, ਬਹੁਤਾ ਨੌਜਵਾਨ ਆ ਜਿਹੜਾ ਇਸ ਸਮੇਂ ਫੋਨ ਦੇ ਨਾਲ ਜਿਹੜਾ ਲੱਗਿਆ ਹੋਇਆ, ਮੋਬਾਈਲਾਂ ਦੇ ਨਾਲ, ਫਾਲਤੂ ਦੀਆਂ ਗੱਲਾਂ ਦੇ ਵੱਲ ਬਹੁਤਾ ਜ਼ਿਆਦਾ ਧਿਆਨ ਆ। ਟੈਕਨੋਲੋਜੀ ਜ਼ਰੂਰ ਵੱਧਦੀ ਜਾ ਰਹੀ ਹੈ, ਲੇਕਿਨ ਸਾਡੇ ਯੋਧਿਆਂ ਦੇ ਨਾਲੋਂ, ਸਾਡੇ ਜਿਹੜੇ ਸ਼ਹੀਦਾਂ ਦੇ ਨਾਲੋਂ ਸਾਨੂੰ ਇਹੀ ਟੈਕਨੋਲੋਜੀ ਕਿਤੇ ਨਾ ਕਿਤੇ ਤੋੜਦੀ ਵੀ ਜਾ ਰਹੀ ਆ। ਪਰ ਇਹ ਸਾਨੂੰ ਆਪ ਹੀ, ਸਾਡੀ ਨੌਜਵਾਨ, ਸਾਡੇ ਜਵਾਨਾਂ ਨੂੰ ਬਹੁਤਾ ਕੁਝ ਅਸੀਂ ਦੇਖਦੇ ਹਾਂ। ਚਲੋ ਹੁਣ ਦੇ ਜ਼ਮਾਨੇ ਦੇ ਨਾਲ ਜ਼ਰੂਰ ਜੁੜੋ, ਪਰ ਇਹਨਾਂ ਨੂੰ ਵੀ ਪੜ੍ਹੋ, ਇਹਨਾਂ ਦੇ ਜਿਹੜੀਆਂ ਲਿਖਤਾਂ ਨੇ, ਇਹਨਾਂ ਦੇ ਨਾਲ ਜੁੜੇ ਹੋਏ ਲਿਟਰੇਚਰ ਨੇ, ਉਹਨਾਂ ਨੂੰ ਪੜ੍ਹੋ। ਗੱਲ ਕਰੀਏ, ਅਸੀਂ ਆਪਣੀ ਸਕਰੀਨ ਤੇ ਵੀ ਦੇਖ ਸਕਦੇ ਹਾਂ ਹਰਸ਼ਵਰਧਨ ਕਿ ਸਰਦਾਰ ਭਗਤ ਸਿੰਘ ਦੀ ਇੱਕ ਫੋਟੋ ਹੈ ਜਿਹਨਾਂ ਉੱਤੇ ਉਹਨਾਂ ਨੇ ਹੈਟ ਪਾਈ ਹੋਈ ਆ। ਇਸ ਹੈਟ ਵਾਲੀ ਫੋਟੋ ਨੂੰ ਦੇਖ ਕੇ ਮੈਨੂੰ ਅਸੈਂਬਲੀ ਵਿੱਚ ਚਲਾਏ ਹੋਏ ਜਿਹੜੇ ਬੰਬ ਦੀ ਆ ਉਹ ਥੋੜੀ ਜਿਹੀ ਗੱਲ ਮੈਂ ਸਾਂਝੀ ਰੱਖਣਾ ਚਾਹੂੰਗੀ, ਕਿਉਂਕਿ ਇਹੋ ਜਿਹੇ ਹੀ ਇਹਨਾਂ ਨੇ, ਅਸੀਂ ਦੇਖਦੇ ਕਿ ਉਹ ਅਕਸਰ ਜਿਹੜਾ ਆਪਣੇ ਸਿਰ ਦੇ ਉੱਤੇ ਦਸਤਾਰ ਸਜਾ ਕੇ ਰੱਖਦੇ ਸੀ ਜਾਂ ਪਰਨਾ ਬੰਨ੍ਹ ਕੇ ਕਿਹਾ ਜਾਂਦਾ ਕਿ ਉਹ ਰੱਖਦੇ ਹੁੰਦੇ ਸੀ। ਤਾਂ ਉਹਨਾਂ ਨੇ ਇਹ ਹੈਟ ਦੇ ਵਿੱਚ ਉਹਨਾਂ ਦੀ ਫੋਟੋ ਆ ਜਿਹੜੀ ਕਾਫੀ ਜ਼ਿਆਦਾ ਆਪਾਂ ਨੂੰ, ਜਿਹੜੀ ਲੋਕਾਂ ਨੂੰ ਵੀ ਭਾਉਂਦੀ ਆ ਤੇ ਕਾਫੀ ਜ਼ਿਆਦਾ ਜਿਹੜੀ ਵਾਇਰਲ ਵੀ ਹੁੰਦੀ ਆ। ਤਾਂ ਉਹਦੇ ਵਿੱਚ ਉਹ ਜਦੋਂ ਅਸੈਂਬਲੀ ਦੇ ਅੰਦਰ ਗਏ ਸੀ ਤੇ ਅਜਿਹਾ ਹੀ ਉੱਦਾਂ ਹੀ ਹੈਟ ਪਾ ਕੇ ਗਏ ਸੀ ਕਿ ਪਤਾ ਨਾ ਲੱਗੇ ਗੋਰਿਆਂ ਨੂੰ ਕਿ ਮੈਂ ਕੌਣ ਆ, ਆਪਣਾ ਭੇਸਾ ਜਿਹੜਾ ਬਦਲ ਕੇ ਗਏ ਸੀ। ਲੇਕਿਨ ਉਹਨਾਂ ਦੀ ਸਭ ਤੋਂ ਵੱਡੀ ਦਲੇਰੀ ਉੱਥੇ ਇਹ ਸੀ, ਉਹਨਾਂ ਨੇ ਅਸੈਂਬਲੀ ਦੇ ਅੰਦਰ ਜਿਹੜਾ ਬੰਬ ਸਿੱਟਿਆ ਸੀ, ਪਰ ਬੰਬ ਉਹਨਾਂ ਨੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਨਹੀਂ ਸਿੱਟਿਆ ਸੀ। ਗੱਲ ਕਰਦੇ ਉਹਨਾਂ ਨੇ ਬ੍ਰਿਟਿਸ਼ ਜਿਹੜੇ ਸੀਗੇ ਉੱਥੇ ਮੋਹਤਵਾਰ, ਉਹਨਾਂ ਦੇ ਕੰਨ ਜਿਹੜੇ ਖੋਲਣ ਦੇ ਲਈ ਸਿੱਟਿਆ ਸੀ ਕਿ ਅੱਜ ਤਾਂ ਜਿਹੜਾ ਬੰਬ ਆ, ਜੇ ਉਹ ਬੰਦਾ ਬੰਬ ਲੈ ਕੇ ਅਸੈਂਬਲੀ ਦੇ ਅੰਦਰ ਵੜ ਸਕਦਾ ਤਾਂ ਉਹ ਇਹ ਜਿਹੜਾ ਤੁਹਾਡੇ ਕੰਨ ਖੋਲੇ ਗਏ ਨੇ ਇਹਦੇ ਨਾਲ ਕੀ ਬੰਦੇ ਉਡਾ ਵੀ ਦਿੱਤੇ ਸਕਦੇ ਸੀ, ਲੇਕਿਨ ਉਹਨਾਂ ਨੇ ਸਿਰਫ ਕੰਨ ਹੀ ਖੋਲੇ ਸੀਗੇ। ਤੇ ਕਿ ਇਹ ਕੁਝ ਨਿਹੱਤਿਆਂ ਨੂੰ ਮਾਰਨ ਵਾਲਾ ਜੋ ਉਹਨਾਂ ਨੇ ਜਲਿਆਂਵਾਲੇ ਬਾਗ ਦੇ ਅੰਦਰ ਕੀਤਾ, ਅਜਿਹੀ ਸੋਚ ਦੇ ਮਾਲਕ ਸਰਦਾਰ ਭਗਤ ਸਿੰਘ ਨਹੀਂ ਸੀ। ਸਿਰਫ ਉਹਨਾਂ ਨੇ ਕਿਹਾ ਕਿ ਮੈਂ ਸਿਰਫ ਕੰਨ ਖੋਲਣ ਦੇ ਲਈ ਕੀਤਾ ਸੀ। ਤੇ ਦੂਜੀ ਉਹਨਾਂ ਦੀ ਦਲੇਰੀ ਇਹ ਸੀ ਕਿ ਪਿੱਠ ਦਿਖਾ ਕੇ ਜਿਹੜਾ ਉੱਥੋਂ ਭੱਜੇ ਨਹੀਂ ਸੀ, ਖੜੇ ਰਹੇ ਸੀ ਔਰ ਆਪਦੀ ਜਿਹੜੀ ਗ੍ਰਿਫਤਾਰੀ ਦਿੱਤੀ ਸੀ ਉਹੀ ਗ੍ਰਿਫਤਾਰੀ ਸੀ 23 ਮਾਰਚ ਨੂੰ ਜਿਹੜਾ ਉਹਨਾਂ ਦੀ ਫਾਂਸੀ ਦਾ ਕਾਰਨ ਜਿਹੜਾ ਉਹੀ ਗ੍ਰਿਫਤਾਰੀ ਬਣੀ ਸੀ। ਤਾਂ ਇੱਥੇ ਅਸੀਂ ਗੱਲ ਕਰਾਂਗੇ, ਜਜ਼ਬਾ ਸੀ, ਖੂਨ ਖੌਲਦਾ ਸੀ ਆਪਦੇ ਦੇਸ਼ ਨੂੰ ਲੈ ਕੇ, ਉਹਨਾਂ ਨੂੰ ਜਜ਼ਬਾਤ ਪੈਦਾ ਹੁੰਦੇ ਸੀ ਕਿ ਜੇਕਰ ਅਸੀਂ ਗੱਲ ਕਰੀਏ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ, ਉਹਨਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਸੀ। ਤੇ ਨੌਜਵਾਨ ਭਾਰਤ ਸਭਾ ਦੇ ਅੰਦਰ ਉਹਨਾਂ ਨੇ ਸਭ ਤੋਂ ਪਹਿਲਾਂ ਆਪਦੀ ਸ਼ੁਰੂਆਤ ਕੀਤੀ ਸੀ ਕ੍ਰਾਂਤੀਕਾਰੀ ਘੋਲ ਦੀ। ਤੇ ਕ੍ਰਾਂਤੀਕਾਰੀ ਘੋਲ ਦੇ ਅੰਦਰ ਇਹ ਨਹੀਂ ਕਿ ਉਹਨਾਂ ਨੇ ਕਿ ਬਿਲਕੁਲ ਨਜਾਇਜ਼ ਜਾਂ ਕੋਈ ਵੀ ਅਜਿਹੀਆਂ ਕਾਰਵਾਈਆਂ ਕੀਤੀਆਂ ਹੋਣ। ਅਸੀਂ ਅਕਸਰ ਹੀ ਇਹ ਇਤਿਹਾਸ ਗਵਾਹ ਵਾ, ਸਾਡੀ ਪੀੜ੍ਹੀ ਗਵਾਹ ਵਾ ਪਿਛਲੀ, ਕਿ ਉਹਨਾਂ ਨੇ ਅਜਿਹਾ ਕੁਝ ਵੀ ਨਹੀਂ ਕੀਤਾ ਸੀ। ਔਰ ਇਹ ਮੰਨਣਾ ਪਵੇਗਾ ਸਾਡੇ ਹੁਣ ਦੇ ਜਿਹੜੇ ਮੋਹਤਵਾਰ ਨੇ ਕਿ ਸਭ ਤੋਂ ਵੱਧ ਅਗਰ ਸ਼ਹਾਦਤ ਦਿੱਤੀ ਆ 1947 ਨੂੰ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਵਿੱਚ, ਤਾਂ ਅਸੀਂ ਸਰਦਾਰ ਭਗਤ ਸਿੰਘ ਦਾ ਜਿਹੜਾ ਨਾਮ ਆ ਸੁਨਹਿਰੀ ਅੱਖਰਾਂ ਵਿੱਚ ਲੈ ਸਕਦੇ ਹਾਂ। ਕਿਉਂ ਹਰਸ਼ਵਰਧਨ ਜੀ? ਜੀ ਬਿਲਕੁਲ, ਤੁਸੀਂ ਅਸੈਂਬਲੀ ਦੀ ਵੀ ਗੱਲ ਕੀਤੀ ਜਦੋਂ ਉੱਥੇ ਬੰਬ ਫਾੜਿਆ ਗਿਆ ਸੀ, ਤਾਂ ਉਸ ਦੇ ਵਿੱਚ ਇੱਕ ਇੰਗਲਿਸ਼ ਕੋਟ ਬੜਾ ਪ੍ਰਚਲਿਤ ਹੈ, ਹਰ ਜਗ੍ਹਾ ਚੱਲਦਾ ਹੈ ਕਿ ਇਫ ਦ ਡੈਫ ਆਰ ਟੂ ਹੀਅਰ ਦ ਸਾਊਂਡ ਹੈਜ਼ ਟੂ ਬੀ ਲਾਊਡ, ਵੈਰੀ ਲਾਊਡ। ਬਿਲਕੁਲ, ਇਹਦਾ ਮਤਲਬ ਅਗਰ ਕਿਸੇ ਬਹਿਰੇ ਬੰਦੇ ਤੱਕ ਆਵਾਜ਼ ਪਹੁੰਚਾਣੀ ਹੈ ਤਾਂ ਬਹੁਤ ਜ਼ੋਰ ਦਾ ਧਮਾਕਾ ਕਰਨਾ ਪੈਂਦਾ। ਤੇ ਨਾਲ ਦੇ ਨਾਲ ਅਗਰ ਤੁਸੀਂ ਦੇਖੋ ਤੇ ਜਿਹੜਾ ਬ੍ਰਿਟਿਸ਼ ਲਿਟਰੇਚਰ ਹੈ ਉਹਦੇ ਵਿੱਚ ਭਗਤ ਸਿੰਘ ਨੂੰ ਐਜ਼ ਅ ਟੈਰਰਿਸਟ, ਰਾਜਗੁਰੂ ਨੂੰ ਤੇ ਸੁਖਦੇਵ ਨੂੰ ਐਜ਼ ਅ ਟੈਰਰਿਸਟ ਕਾਊਂਟ ਕੀਤਾ ਜਾਂਦਾ ਹੈ, ਕਿਉਂਕਿ ਉਹਨਾਂ ਦੀ ਆਪਣੀ ਮਾਨਤਾ ਸੀ ਕਿ ਸਾਡੀ ਗਵਰਨਮੈਂਟ ਸੀ, ਇਹ ਸਾਡੇ ਬਾਗੀ ਸਨ, ਵਿਦਰੋਹੀ ਸਨ। ਤੇ ਉਹਦਾ ਅਗਰ ਦੂਸਰਾ ਆਪਣੇ
ਆਪਣੇ ਹਿੰਦੁਸਤਾਨ ਤੇ ਆਈ ਤੇ ਸਾਡੇ ਲਈ ਫਰੀडम ਫਾਈਟਰ ਨੇ, ਕ੍ਰਾਂਤੀਕਾਰੀ ਸਾਡੇ ਸ਼ਹੀਦ ਨੇ। ਤੇ ਇਹ ਬੇਸਿਕਲੀ ਹਰ ਟਾਈਮ ਦੇ ਵਿੱਚ ਸਰਕਾਰਾਂ, ਮੌਕੇ ਦੀਆਂ ਸਰਕਾਰਾਂ ਆਪਣੇ ਹਿਸਾਬ ਦੇ ਨਾਲ ਜਿਹੜਾ ਹੈ ਉਹ ਟੈਰਰਿਸਟ ਦਾ ਤੇ ਉਹਦਾ ਤਗਮਾ ਲਾ ਦਿੰਦੀਆਂ ਨੇ। ਲੇਕਿਨ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਸ ਸੱਚੇ ਜਜ਼ਬੇ ਨਾਲ ਭਗਤ ਸਿੰਘ ਲੜ ਰਹੇ ਸੀ, ਅੰਗਰੇਜ਼ਾਂ ਲਈ ਉਹ ਟੈਰਰਿਸਟ ਸਨ, ਲੇਕਿਨ ਸਾਡੇ ਲਈ ਤੇ ਉਹ ਦੇਸ਼ ਵਾਸੀਆਂ ਲਈ ਉਹ ਅੱਜ ਵੀ ਫਰੀडम ਫਾਈਟਰ ਨੇ, ਕ੍ਰਾਂਤੀਕਾਰੀ ਸੀ। ਕਿਉਂਕਿ ਤੁਸੀਂ ਇੱਥੇ ਵਿਦਰੋਹ ਦੀ ਗੱਲ ਕੀਤੀ ਆ, ਟੈਰਰਿਸਟ ਜਾਂ ਅੱਤਵਾਦੀ ਕਿਸੇ ਨੂੰ ਐਲਾਨਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਜਦੋਂ ਵਿਦਰੋਹ ਦੀ ਭਾਵਨਾ ਉੱਠਦੀ ਆ। ਮੌਜੂਦਾ ਹਾਲਾਤ ਵੀ ਨੇ ਇਹ, ਅਗਰ ਅਸੀਂ ਗੱਲ ਕਰੀਏ ਮੌਜੂਦਾ ਸਮੇਂ ਦੇ ਅੰਦਰ ਅਜਿਹਾ ਅਸੀਂ ਹੁਣ ਵੀ ਦੇਖਣ ਨੂੰ ਜਿਹੜਾ ਮਿਲ ਰਿਹਾ। ਅਗਰ ਅਸੀਂ ਕੋਈ ਕਿਤੋਂ ਵੀ ਵਿਦਰੋਹ ਉੱਠਦਾ ਜਾਂ ਕਿਤੋਂ ਵੀ ਹੱਕਾਂ ਦੀ ਮੰਗ ਉੱਠਦੀ ਆ ਤਾਂ ਉਹਨਾਂ ਨੂੰ ਅੱਤਵਾਦੀ ਐਲਾਨਣਾ ਜਾਂ ਟੈਰਰਿਸਟ ਐਲਾਨਣਾ ਸਮੇਂ ਦੀਆਂ ਸਰਕਾਰਾਂ ਵਾਸਤੇ ਕੋਈ ਬਹੁਤ ਔਖੀ ਗੱਲ ਨਹੀਂ ਹੁੰਦੀ। ਹੁਣ ਉਸ ਸਮੇਂ ਬ੍ਰਿਟਿਸ਼ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ ਸਾਡੇ ਸਰਦਾਰ ਭਗਤ ਸਿੰਘ ਹੋਣਾ ਨੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ ਉਹਨਾਂ ਨੂੰ ਟੈਰਰਿਸਟ ਐਲਾਨ ਕਰ ਦਿੱਤਾ, ਲੇਕਿਨ ਸਾਡੇ ਲਈ ਉਹ ਕ੍ਰਾਂਤੀਕਾਰੀ ਸੀਗੇ। ਜਿੰਨੇ ਵੀ ਸੀ, ਸਿਰਫ ਭਗਤ ਸਿੰਘ ਜੀ ਨਹੀਂ, ਚੰਦਰ ਸ਼ੇਖਰ ਆਜ਼ਾਦ ਜੀ, ਰਾਮ ਪ੍ਰਸਾਦ ਬਿਸਮਿਲ ਜੀ, ਸੁਖਦੇਵ, ਰਾਜਗੁਰੂ, ਬਟੁਕੇਸ਼ਵਰ ਦੱਤ, ਸੁਭਾਸ਼ ਚੰਦਰ ਬੋਸ, ਇਹ ਜਿੰਨੇ ਵੀ ਲੋਕ ਸਨ, ਜਿੰਨੇ ਵੀ ਦੇਸ਼ ਦੀ ਆਜ਼ਾਦੀ ਲਈ ਕਹਿੰਦੇ ਸੀ ਨਾ, ਤੁਮ ਮੁਝੇ ਖੂਨ ਦੋ ਮੈਂ तुम्हें ਆਜ਼ਾਦੀ ਦੂੰਗਾ, ਤਾਂ ਉਹ ਜਿੰਨੇ ਵੀ ਪੈਸ਼ਨੇਟ ਲੋਕ ਸੀ ਕੰਟਰੀ ਵਾਸਤੇ ਉਹ ਸਾਰੇ ਟੈਰਰਿਸਟ ਦੀ ਗਿਣਤੀ ਵਿੱਚ ਉਹਨਾਂ ਨੇ ਲਾ ਦਿੱਤੇ ਸੀ ਕਿ ਇਹ ਸਾਰੇ ਸਾਡੇ ਰਾਜ ਲਈ ਖਤਰਾ ਨੇ। ਇਹਨਾਂ ਦੀ ਵਾਂਟਡ ਦੀਆਂ ਫੋਟੋਆਂ ਹਰ ਪੁਲਿਸ ਥਾਣੇ ਦੇ ਵਿੱਚ ਲੱਗੀਆਂ ਹੋਈਆਂ ਸੀ। ਅਗਰ ਇੱਥੇ ਮੈਂ ਗੱਲ ਕਰਾਂ ਕਿ ਸਰਦਾਰ ਭਗਤ ਸਿੰਘ ਹੋਣਾ ਦੇ ਅੰਤਿਮ ਸੰਸਕਾਰ ਦੀ, ਇੱਥੇ ਵੀ ਅਸੀਂ ਥੋੜੀ ਜਿਹੀ ਗੱਲ ਸਾਂਝੀ ਕਰ ਦਈਏ। ਜੇਕਰ ਉਹ ਹਰਸ਼ਵਰਧਨ ਆਪਾਂ ਅਗਰ ਮੰਨ ਹੀ ਲੈਂਦੇ ਆ ਕਿ ਉਹ ਕਹਿੰਦੇ ਸੀ ਕਿ ਟੈਰਰਿਸਟ ਸੀ ਜਾਂ ਜੋ ਵੀ ਸੀ, ਤਾਂ ਫਿਰ ਇੰਨੀ ਜਿਹੜਾ ਸਾਡੇ ਜਿਹੜੇ ਭਾਰਤ ਦੇ ਲੋਕ ਸੀ ਉਹ ਉਹਨਾਂ ਦੀ ਹਾਂ ਦੇ ਨਾਰੇ ਵਿੱਚ ਹਾਂ ਦਾ ਨਾਰਾ ਭਰਦੇ ਸੀ, ਉਹਨਾਂ ਦੀ ਗੱਲ ਦੇ ਅੰਦਰ ਹਾਮੀ ਭਰਦੇ ਸੀ। ਤਾਂ ਬ੍ਰਿਟਿਸ਼ ਸਰਕਾਰਾਂ ਨੂੰ ਇਹ ਹਮੇਸ਼ਾ ਡਰ ਲੱਗਿਆ ਰਹਿੰਦਾ ਹੁੰਦਾ ਸੀ ਕਿ ਅਗਰ ਇਹਨਾਂ ਦੀ ਇੱਕ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਫਾਂਸੀ ਦੀ ਜਿਹੜੀ ਖਬਰ ਆ ਉਹ ਵੀ ਲੁਕੋ ਕੇ ਰੱਖੀ, ਲੁਕੋ ਕੇ ਉਹਨਾਂ ਨੂੰ ਅਣਮਿੱਥੇ ਸਮੇਂ ਦੇ ਉੱਤੇ ਫਾਂਸੀ ਦਿੱਤੀ। ਜਿਹੜਾ ਸਮਾਂ ਮਿੱਥਿਆ ਗਿਆ ਸੀ ਬਿਲਕੁਲ ਹੀ ਉਹਨੂੰ ਬਿਲਕੁਲ ਅਣਮਿੱਥੇ ਸਮੇਂ ਦੇ ਉੱਤੇ ਉਹਨਾਂ ਨੂੰ ਫਾਂਸੀ ਦਿੱਤੀ। ਦੂਜਾ ਉਹਨਾਂ ਦਾ ਜਦੋਂ ਅੰਤਿਮ ਸੰਸਕਾਰ ਕੀਤਾ ਗਿਆ ਬਹੁਤ ਹੀ ਦੂਰ ਲਿਜਾ ਕੇ ਰਾਤ ਦੇ ਸਵੇਰੇ ਨਾ ਅੱਧ ਪੈਰ ਨਾ ਵਿਚਕਾਰਲਾ ਪੈਰ, ਬਿਲਕੁਲ ਇਸ ਪੈਰ ਦੇ ਅੰਦਰ ਉਹਨਾਂ ਨੂੰ ਫਾਂਸੀ ਦਿੱਤੀ ਕਿ ਜਦੋਂ ਸਾਰੇ ਦਰਿਆ ਵੀ ਜਿਹੜੇ ਸੁੰਨ ਹੋਏ ਪਏ ਹੁੰਦੇ ਆ, ਸਾਹ ਹੋਈ ਪਈ ਹੁੰਦੀ ਆ, ਉਸ ਸਮੇਂ ਉਹਨਾਂ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਆ ਜਿਹੜਾ ਕੀਤਾ ਗਿਆ, ਸਾਰਿਆਂ ਦੇ ਅੱਖਾਂ ਤੋਂ ਓਲੇ ਕੀਤਾ ਗਿਆ। ਕੀ ਕਾਰਨ ਸੀਗੇ ਇਹ ਵੀ ਤਾਂ ਇੱਕ ਇਹ ਮੇਨ ਗੱਲ ਆ ਜਿਹੜੀ ਮੂਹਰੇ ਆਉਂਦੀ ਹੈ। ਜੇਕਰ ਗੱਲ ਇੱਥੇ ਇਹ ਮੁੱਕਦੀ ਹੈ ਹਰਸ਼ਵਰਧਨ, ਜੇਕਰ ਉਸ ਸਮੇਂ ਇੰਨਾ ਜਜ਼ਬਾ ਸੀ ਤਾਂ ਟੈਕਨੋਲੋਜੀ ਵੀ ਨਹੀਂ ਸੀ, ਬਹੁਤਾ ਕੁਝ ਉਹਨਾਂ ਦੇ ਕੋਲ ਸਾਧਨ ਵੀ ਨਹੀਂ ਸੀ। ਜੇਕਰ ਉਸ ਸਮੇਂ ਉਹਨਾਂ ਦੇ ਅੰਦਰ ਜਜ਼ਬਾ ਸੀ ਤਾਂ ਹੁਣ ਤਾਂ ਸਾਡੇ ਕੋਲ ਬਹੁਤ ਕੁਛ ਆ। ਹੁਣ ਤਾਂ ਸਾਡੇ ਕੋਲ ਸੋਸ਼ਲ ਮੀਡੀਆ, ਸਾਡੇ ਕੋਲ ਐਂਡਰੋਇਡ ਫੋਨ ਆ, ਅਸੀਂ ਇਹਨਾਂ ਦੇ ਰਾਹੀਂ ਵੀ ਆਪਣੀਆਂ ਆਵਾਜ਼ਾਂ ਚੁੱਕ ਸਕਦੇ ਆ। ਆਵਾਜ਼ਾਂ ਕਿਵੇਂ ਚੁੱਕੀਏ ਕਿਉਂਕਿ ਸਾਡੇ ਅੰਦਰ ਜਜ਼ਬਾ ਮੁੱਕ ਗਿਆ, ਕਿਵੇਂ ਕਹੋਗੇ ਤੁਸੀਂ ਇੱਥੇ? ਦੇਖੋ, ਜਿਹੜੀ ਤੁਸੀਂ ਪਹਿਲੇ ਤਾਂ ਫਾਂਸੀ ਦੀ ਗੱਲ ਕਹੀ, ਉਹਦੇ 'ਚ ਜਿਹੜਾ ਮੇਰੀ ਆਪਣੀ ਰਾਏ ਉਹ ਇਹ ਹੈ ਕਿ ਇੱਕ ਅਪਰਾਈਜ਼ਿੰਗ ਮਾਸ ਅਪਰਾਈਜ਼ਿੰਗ ਤਾਂ ਹੋ ਹੀ ਰਹੀ ਸੀ ਕਿ ਵੀ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਫਾਂਸੀ ਹੋਣੀ ਹੈ। ਤਾਂ ਅੰਗਰੇਜ਼ ਸਰਕਾਰ ਨੂੰ ਪਤਾ ਸੀ ਸਾਡਾ ਜਿਹੜਾ ਐਂਡ ਹੈ ਉਹ ਬਹੁਤ ਨੇੜੇ ਆ ਚੁੱਕਿਆ ਤੇ ਉਹਨਾਂ ਨੇ ਰਾਤੋਂ ਰਾਤ ਫਾਂਸੀ ਕਰਕੇ ਚੁੱਪ ਚਪੀਤੇ ਕਰਨ ਦੀ ਕੋਸ਼ਿਸ਼ ਕੀਤੀ, ਦਬਾਉਣ ਦੀ ਗੱਲ ਜਿਵੇਂ ਕਹਿੰਦੇ ਅਸੀਂ ਕੋਸ਼ਿਸ਼ ਕੀਤੀ ਗਈ ਉਹਨੂੰ, ਲੇਕਿਨ ਉਹ ਕਰ ਨਹੀਂ ਸਕੇ ਬਿਕੋਜ਼ ਜਿੰਨਾ ਵੀ ਦੇਸ਼ਵਾਸੀ ਸੀ ਉਹ ਅੰਦਰੋਂ ਭਰੇ ਪਏ ਸੀ ਕਿ ਸਾਡੇ ਯੋਧਿਆਂ ਨੂੰ ਕਿਸ ਬੇਰਹਿਮੀ ਨਾਲ ਇਹਨਾਂ ਨੇ, ਔਰ ਕਹਿੰਦੇ ਨੇ ਕਿ ਫਾਂਸੀ ਦੇਣ ਤੋਂ ਬਾਅਦ ਕਿ ਛੋਟੇ ਛੋਟੇ ਟੁਕੜੇ ਕਰਕੇ ਇਹਨਾਂ ਨੂੰ ਸਿੱਟ ਦਿੱਤਾ ਗਿਆ ਸੀਗਾ ਕਿ ਉਹ ਵੀ ਬੜੀ ਬੇਰਹਿਮੀ ਦੇ ਤਰੀਕੇ ਨਾਲ। ਤੇ ਇਹ ਹੁੰਦਾ ਆਇਆ ਹੈ, ਇਹ ਭਗਤ ਸਿੰਘ ਦੇ ਜੀ ਦੇ ਟਾਈਮ ਤੋਂ ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਹੈ। ਜਦੋਂ ਮੁਗਲ ਸਰਕਾਰਾਂ ਸੀਗੀਆਂ ਉਸ ਟਾਈਮ ਤੋਂ ਹਿੰਦੁਸਤਾਨ ਦੇ ਨਾਲ ਐਸੀ ਜ਼ਿਆਦਤੀਆਂ, ਹਿੰਦੁਸਤਾਨ ਦੇ ਯੋਧਿਆਂ ਨਾਲ ਐਸੀ ਜ਼ਿਆਦਤੀਆਂ ਕੀਤੀਆਂ ਜਾਂਦੀਆਂ ਸਨ, ਲੇਕਿਨ ਜਿਹੜਾ ਸਾਡਾ ਭਾਰਤ ਵਰਸ਼ ਹੈ ਉਹ ਖੜਾ ਰਿਹਾ, ਜੂਝਦਾ ਰਿਹਾ ਤੇ ਅੱਜ ਤੱਕ ਜੂਝ ਵੀ ਰਿਹਾ ਹੈ। ਬਿਲਕੁਲ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਜੂਝ ਰਿਹਾ ਵਾ, ਮੈਂ ਗੱਲ ਇੱਥੇ ਹਰਸ਼ਵਰਧਨ ਤੁਹਾਡੀ ਇਹ ਕਹਾਂ ਕਿ ਜੂਝ ਵੀ ਰਹੇ ਨੇ, ਜਿਹੜੇ ਯੋਧੇ ਜੂਝਣ ਵਾਲੇ ਨੇ ਉਹ ਜੂਝ ਵੀ ਰਹੇ ਨੇ, ਲੇਕਿਨ ਅਸੀਂ ਜੇਕਰ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਅਸੀਂ ਲੈਕ ਕਰ ਰਹੇ ਹਾਂ ਵੀ, ਭਾਵੇਂ ਉਸ ਨੂੰ ਅਸੀਂ ਇਹ ਗੱਲ ਕਹਿ ਸਕਦੇ ਆ ਕਿ ਉਸ ਨੂੰ ਮੌਜੂਦਾ ਸਮੇਂ ਆ ਜਿਹੜੇ ਉਹਦੇ ਸਰਕਮਸਟੈਂਸਿਸ ਕਹਿ ਦਈਏ ਜਾਂ ਬਹੁਤ ਸਾਰੀਆਂ ਜਿਹੜੀਆਂ ਕਿਤੇ ਨਾ ਕਿਤੇ ਸਾਨੂੰ ਜਿਹੜਾ ਲੋਕਤੰਤਰ ਆ ਉਹਦੇ ਉੱਤੇ ਥੋੜਾ ਬਹੁਤਾ ਦੇਖਣ ਨੂੰ ਮਿਲ ਰਿਹਾ ਕਿ ਚਲੋ ਆਪਣੀ ਆਵਾਜ਼ ਨੂੰ ਚੁੱਕਣਾ ਥੋੜਾ ਔਖਾ ਵੀ ਹੋ ਗਿਆ ਵਾ। ਦੇਖੋ, ਸੋਸ਼ਲ ਮੀਡੀਆ ਦੇ ਰਾਹੀਂ ਕਿਉਂਕਿ ਕੁਝ ਗਾਈਡਲਾਈਨਸ ਹੁੰਦੀਆਂ ਨੇ, ਕਿਉਂਕਿ ਜਿਸ ਤਰ੍ਹਾਂ ਦੇਖਿਆ ਜਾਏ ਰਮਨਦੀਪ ਜੀ, ਕਿਉਂਕਿ ਅਬ ਹਰ ਯੂਥ ਜਿਹੜਾ ਹੈ ਉਹਦੀ ਆਪਣੀ ਇੱਕ ਵਿਚਾਰਧਾਰਾ ਹੈ। ਅਗਰ 100 ਬੰਦੇ ਇਸ ਕਮਰੇ ਦੇ ਵਿੱਚ ਨੇ ਤਾਂ ਉਹਨਾਂ 100 ਬੰਦਿਆਂ ਦੀ ਵੱਖਰੀ ਵੱਖਰੀ ਵਿਚਾਰਧਾਰਾ ਹੋਏਗੀ ਤੇ ਉਸ ਹਿਸਾਬ ਨਾਲ ਉਹ ਆਪਣੀ ਵਿਚਾਰਧਾਰਾ ਪ੍ਰਸਤੁਤ ਕਰਦੇ ਨੇ। ਲੇਕਿਨ ਜਿਹੜੀ ਦੇਸ਼ ਹਿੱਤ ਦੇ ਵਿੱਚ ਵਿਚਾਰਧਾਰਾ ਚੱਲਦੀ ਹੈ ਉਹ ਵਿਚਾਰਧਾਰਾ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ। ਜਿਵੇਂ ਮੈਂ ਕਿਹਾ ਸੀ ਕਿ ਜਦੋਂ ਅਰਦਾਸ ਹੁੰਦੀ ਹੈ ਸ਼੍ਰੀ ਦਰਬਾਰ ਸਾਹਿਬ ਤੇ ਕਿਤੇ ਵੀ ਤਾਂ ਹੁੰਦਾ ਦੇਸ਼ ਕੌਮ ਦਾ ਸੇਵਾਦਾਰ ਬਣਾਏ, ਤੇ ਜਿਹੜੇ ਦੇਸ਼ ਹਿੱਤ ਦੀ ਵਿਚਾਰਧਾਰਾ ਇਹ ਅਸੀਂ ਕਿਸੇ ਸਰਕਾਰ ਨੂੰ ਨਹੀਂ ਕਹਿ ਰਹੇ, ਅਸੀਂ ਦੇਸ਼ ਨੂੰ ਸਰਵੋਪਰੀ ਰੱਖ ਕੇ, ਦੇਸ਼ ਨੂੰ ਸਰਵਪ੍ਰਥਮ ਰੱਖ ਕੇ ਕਹਿ ਰਹੇ ਹਾਂ। ਬਿਲਕੁਲ ਹਰਸ਼ਵਰਧਨ, ਇੱਥੇ ਮੈਂ ਤੁਹਾਡੀ ਗੱਲ ਨੂੰ ਇਹ ਕਹਾਂਗੀ ਕਿ ਉਦੋਂ ਤਾਂ ਸਾਡੀ ਲੜਾਈ ਬ੍ਰਿਟਿਸ਼ ਨਾਲ ਸੀਗੇ ਜਿਹੜੇ ਬਾਹਰੋਂ ਆ ਕੇ ਸਾਡੇ ਤੇ ਰਾਜ ਕਰਨ ਲੱਗ ਗਏ ਸੀ। ਹੁਣ ਤਾਂ ਅਸੀਂ ਆਪਦੇ ਘਰ ਦੇ ਅੰਦਰ ਆ, ਹੁਣ ਤਾਂ ਅਜਿਹੀ ਚੀਜ਼
ਮੈਨੂੰ ਨਹੀਂ ਲੱਗਦਾ ਕਿ ਹੋਣੀ ਚਾਹੀਦੀ ਆ। ਹੁਣ ਤਾਂ ਅਸੀਂ ਆਪਸ 'ਚ ਹੀ ਆਪਦਾ ਭਾਰਤ ਸਾਂਭਣਾ। ਭਗਤ ਸਿੰਘ ਜੀ ਦਾ ਵੀ ਇਹੀ ਕਹਿਣਾ ਸੀ ਕਿ ਮੈਂ ਐਸਾ ਰਾਜ ਨਹੀਂ ਚਾਹੁੰਦਾ, ਮੈਂ ਗੋਰਿਆਂ ਨੂੰ ਕੱਢ ਕੇ ਭੂਰਿਆਂ ਦਾ ਰਾਜ ਨਹੀਂ ਚਾਹੁੰਦਾ, ਮੈਂ ਉਹ ਰਾਜ ਚਾਹੁੰਦਾ ਜਿੱਥੇ ਗਰੀਬ ਆਦਮੀ ਮਜ਼ਲੂਮ ਆਦਮੀ ਦੀ ਪੁੱਛ ਹੋਵੇ, ਜਿੱਥੇ ਉੱਥੇ ਸੁਣੇ ਜਾਵੇ, ਤੇ ਜਿੱਥੇ ਗਰੀਬ ਆਦਮੀ ਨੂੰ ਦਬਾਇਆ ਜਾਏਗਾ, ਜਿੱਥੇ ਮਜ਼ਲੂਮ ਨੂੰ ਦਬਾਇਆ ਜਾਏਗਾ, ਉਹ ਜਿਹੜਾ ਹੈ ਉਹ ਰਾਜ ਜਿਹੜਾ ਹੈ ਉਹਨੂੰ ਕਹਿ ਸਕਦੇ ਹੋ ਕੋਈ ਡੈਮੋਕ੍ਰੇਸੀ ਨਹੀਂ ਹੁੰਦੀ, ਉਹ ਡੈਮੋਕ੍ਰੈਟਿਕ ਰਾਜ ਨਹੀਂ ਹੁੰਦਾ। ਲੇਕਿਨ ਕਿਸੇ ਵੀ ਦੇਸ਼ ਨੂੰ ਬਣਾਉਣ ਵਾਸਤੇ ਸਹਿਯੋਗ ਦੀ ਲੋੜ ਹੁੰਦੀ ਹੈ, ਸਾਰੇ ਪਾਸਿਆਂ ਤੋਂ ਸਹਿਯੋਗ ਦੀ ਲੋੜ ਹੁੰਦੀ ਹੈ, ਸਿਰਫ ਇੱਕ ਪੱਖੋਂ ਸਹਿਯੋਗ ਨਹੀਂ ਚਾਹੀਦਾ ਹੁੰਦਾ। ਤੇ ਇਸ ਕਰਕੇ ਦੇਸ਼ ਨੂੰ ਸਰਵੋਪਰੀ ਰੱਖਦੇ ਹੋਏ ਸਾਨੂੰ ਸਾਰੇ ਯੂਥ ਨੂੰ ਕੰਮ ਕਰਨਾ ਚਾਹੀਦਾ ਤੇ ਕੋਈ ਵੀ ਐਸਾ ਕੰਮ ਨਾ ਕਰੀਏ ਜਿਹਦੇ ਵਿੱਚ ਸਾਡੇ ਦੇਸ਼ ਦੀ ਬਦਨਾਮੀ ਪੂਰੇ ਵਰਲਡ ਦੇ ਵਿੱਚ ਹੋਵੇ। ਬਿਲਕੁਲ ਕਿ ਸਾਰਿਆਂ ਨੂੰ ਆਪਣੀ ਦੇਸ਼ ਦੀ ਜਿੱਦਾਂ ਸਰਦਾਰ ਭਗਤ ਸਿੰਘ, ਰਾਜਗੁਰੂ, ਕਰਤਾਰ ਸਿੰਘ ਸਰਾਭਾ, ਸੁਖਦੇਵ ਸਿੰਘ, ਇਹਨਾਂ ਨੇ ਸਾਡੇ ਦੇਸ਼ ਦੀ ਆਣ ਬਾਣ ਤੇ ਸ਼ਾਨ ਬਿਲਕੁਲ ਸਾਂਭ ਕੇ ਬਰਕਰਾਰ ਰੱਖੀ, ਉਸ ਨੂੰ ਅਸੀਂ ਨਾ ਰੋਲੀਏ ਤੇ ਉਹ ਬਰਕਰਾਰ ਰੱਖੀਏ ਕਿ ਬਿਲਕੁਲ ਉਹਨਾਂ ਨੂੰ ਰੋਲਣ ਦੀ ਬਜਾਏ ਮੈਂ ਤਾਂ ਕਹਿੰਦੀ ਉਹਨਾਂ ਦੇ ਫਲਸਫਿਆਂ ਤੇ ਚੱਲੀਏ ਜੋ ਸਾਡੇ ਲਈ ਉਹ ਛੱਡ ਕੇ ਗਏ ਆ। ਸਾਡੇ ਲਈ ਤਾਂ ਬਹੁਤ ਸਾਰਾ ਗ੍ਰੰਥ ਲਿਖ ਗਏ ਨੇ, ਰੋਲ ਮਾਡਲ ਸਾਨੂੰ ਦੇ ਗਏ ਨੇ, ਸਭ ਕੁਝ ਕਿਤਾਬਾਂ ਦੇ ਅੰਦਰ ਲਿਖਿਆ ਪਿਆ, ਪੜ੍ਹੋ ਉਹਨਾਂ ਨੂੰ ਤੇ ਉਸੇ ਹੀ ਰਾਹੀਂ ਉਸੇ ਹੀ ਰਾਹਾਂ ਤੇ ਸਾਨੂੰ ਚੱਲਣਾ ਚਾਹੀਦਾ। ਇਹ ਗੱਲ ਸਿਰਫ ਤੁਹਾਡੇ ਲਈ ਨਹੀਂ ਹੈ, ਮੇਰੇ ਤੇ ਹਰਸ਼ਵਰਧਨ ਦੇ ਲਈ ਵੀ ਇਹ ਗੱਲ ਬਿਲਕੁਲ ਸਾਨੂੰ ਵੀ ਆਪਦੀ ਜ਼ਿੰਦਗੀ ਦੇ ਅੰਦਰ ਅਪਣਾ ਲੈਣੀ ਚਾਹੀਦੀ ਹੈ ਵੀ ਜਿਹੜੇ ਸਾਡੇ ਫਲਸਫੇ ਸਾਡੇ ਸ਼ਹੀਦ ਸਾਨੂੰ ਦੇ ਕੇ ਗਏ ਨੇ। ਔਰ ਸਭ ਤੋਂ ਅਸੀਂ ਹੱਥ ਬੰਨ੍ਹ ਕੇ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਇਹਨਾਂ ਜਿਹੜੇ ਸ਼ਹੀਦਾਂ ਦੀ ਕੁਰਬਾਨੀ ਨੂੰ ਜ਼ਾਇਆ ਨਹੀਂ ਜਾਣ ਦਈਏ। ਸਾਡੇ ਦੇਸ਼ ਆਜ਼ਾਦ ਨੂੰ ਕਰਵਾਉਣ ਦੇ ਵਿੱਚ ਸਭ ਤੋਂ ਵੱਧ ਇਹਨਾਂ ਨੇ ਆਪਣਾ ਘੋਲਾ ਜਿਹੜੇ ਲੜੇ ਨੇ, ਬਹੁਤ ਜ਼ਿਆਦਾ ਇਹਨਾਂ ਤੇ ਸ਼ਿੱਦਤਾਂ, ਇਹਨਾਂ ਦੇ ਉੱਤੇ ਮੁਸੀਬਤਾਂ ਢਾਈਆਂ ਗਈਆਂ ਨੇ, ਲੇਕਿਨ ਫਿਰ ਵੀ ਸਾਡੇ ਮੂਹਰੇ ਪਹਾੜਾਂ ਦੀ ਤਰ੍ਹਾਂ ਇਹ ਖੜੇ ਨੇ। ਤਾਂ ਮੈਨੂੰ ਇਹ ਲੱਗਦਾ ਕਿ ਸਾਨੂੰ ਅੱਜ ਦੇ ਦਿਨ ਨੂੰ ਜ਼ਰੂਰੀ ਨਹੀਂ ਕਿ 23 ਮਾਰਚ ਦਾ ਦਿਨ ਹੀ ਅਸੀਂ ਮਿੱਥੀਏ ਜਾਂ ਫਿਰ 28 ਸਤੰਬਰ ਦਾ ਦਿਨ ਹੀ ਜਿਹੜਾ ਉਹਨਾਂ ਦੇ ਜਨਮ ਦਿਨ ਦਾ ਦਿਹਾੜਾ ਹੁੰਦਾ ਉਹਨਾਂ ਨੂੰ ਮਿੱਥੀਏ। ਰੋਜ਼-ਰੋਜ਼ ਸਰਦਾਰ ਭਗਤ ਸਿੰਘ ਨੂੰ ਚੇਤੇ ਕਰਨਾ ਚਾਹੀਦਾ, ਜਿੱਦਾਂ ਅਸੀਂ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਚੇਤੇ ਕਰਦੇ ਹਾਂ, ਤਾਂ ਸਾਡੇ ਸ਼ਹੀਦਾਂ ਨੂੰ ਵੀ ਨਾਲ-ਨਾਲ, ਸਾਡੇ ਯੋਧਿਆਂ ਨੂੰ ਵੀ ਨਾਲ-ਨਾਲ ਚੇਤੇ ਕਰਦਾ ਰਹਿਣਾ। ਉਹਦੇ ਨਾਲ ਸਾਡਾ ਕੀ ਹੈ, ਜਿਹੜਾ ਖੂਨ ਆ ਉਹਦੇ 'ਚ ਉਬਾਲਾ ਆਉਂਦਾ ਰਹੇਗਾ ਆਪਦੇ ਦੇਸ਼ ਦੇ ਪ੍ਰਤੀ। ਜਿਸ ਤਰ੍ਹਾਂ ਤੁਸੀਂ ਗੱਲ ਕਹਿ ਰਹੇ ਹੋ, ਮੈਨੂੰ ਇੱਕ ਹੋਰ ਗੱਲ ਮੇਰੇ ਮਾਈਂਡ 'ਚ ਮੈਨੂੰ ਯਾਦ ਆ ਗਈ ਕਿ ਅੱਜ ਤੱਕ ਦੀ ਹਿਸਟਰੀ ਦੀ ਸਭ ਤੋਂ ਵੱਡੀ ਜਿਹੜੀ ਭੁੱਖ ਹੜਤਾਲ ਹੋਈ ਹੈ, ਜਦੋਂ ਭਗਤ ਸਿੰਘ ਜੀ ਨੂੰ ਜੇਲ੍ਹ ਹੋਈ ਸੀ, ਰਾਜਗੁਰੂ ਨੂੰ, ਸੁਖਦੇਵ ਨੂੰ, ਤਾਂ 114 ਦਿਨ ਮੈਂ ਤਕਰੀਬਨ 114 ਦਿਨ ਦੀ ਭੁੱਖ ਹੜਤਾਲ ਅੱਜ ਤੱਕ ਦੀ ਹਿਸਟਰੀ ਵਿੱਚ ਸਭ ਤੋਂ ਵੱਡੀ ਤੇ ਲੰਬੀ ਭੁੱਖ ਹੜਤਾਲ ਜਿਹੜੀ ਹੋਈ ਹੈ, ਜਿਹਦੇ ਵਿੱਚ ਜਬਰਨ ਇਹਨਾਂ ਨੂੰ ਦੁੱਧ ਪਿਲਾਉਣ ਦੀ ਤੇ ਰੋਟੀ ਖਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਤਸੀਹੇ ਦੇ ਕੇ। ਲੇਕਿਨ ਇਹਨਾਂ ਨੇ ਕਿਹਾ ਸੀ ਕਿ ਅਸੀਂ ਅਗਰ ਜੇਲ੍ਹ 'ਚ ਹੈਗੇ ਆ ਤੇ ਸਾਨੂੰ ਉਨਾ ਹੀ ਮਾਨ ਸਨਮਾਨ ਮਿਲਣਾ ਚਾਹੀਦਾ ਜਿੰਨਾ ਇੱਕ ਪੋਲੀਟੀਕਲ ਪ੍ਰਿਜ਼ਨਰ ਨੂੰ ਤੇ ਜਿੰਨਾ ਇੱਕ ਅੰਗਰੇਜ਼ ਪ੍ਰਿਜ਼ਨਰ ਨੂੰ ਮਿਲਦਾ ਜਿਹੜਾ ਜੇਲ੍ਹ 'ਚ ਉੱਥੇ ਬੰਦ ਹੈ, ਕਿਉਂਕਿ ਉੱਥੇ ਭੇਦਭਾਵ ਬੜਾ ਹੁੰਦਾ ਸੀ। ਜਿਹੜੇ ਭਾਰਤੀ ਜਿਹੜੇ ਕੈਦੀ ਸੀਗੇ ਉਹਨਾਂ ਨਾਲ ਬਹੁਤ ਭੇਦਭਾਵ ਕੀਤਾ ਜਾਂਦਾ ਸੀ। ਉਸ ਕਰਕੇ ਜੇਲ੍ਹ ਦੇ ਅੰਦਰੋਂ ਵੀ ਬਿਕੋਜ਼ ਪੜ੍ਹੇ ਲਿਖੇ ਨੌਜਵਾਨ ਸੀ, ਇੱਕ ਆਈਡੀਓਲੋਜੀ ਸੀ, ਤਾਂ ਉਹਨਾਂ ਨੇ ਆਵਾਜ਼ ਚੱਕੀ ਸੀ। ਜਦੋਂ ਜੇਲ੍ਹ ਦੇ ਅੰਦਰ ਉਹਨਾਂ ਨੇ ਆਵਾਜ਼ ਚੱਕੀ ਤਾਂ 114 ਦਿਨ ਦੀ ਲਗਭਗ ਭੁੱਖ ਹੜਤਾਲ ਚਲੀ ਤੇ ਉਹਦੇ ਬਾਅਦ ਇਹਨਾਂ ਦੀ ਜਿੱਤ ਹੋਈ ਇੱਥੇ। ਬਿਲਕੁਲ, ਜਿੱਦਾਂ ਤੁਸੀਂ ਕਿਹਾ, ਕਿਉਂਕਿ ਉਹ ਆਪਣੇ ਹੱਕਾਂ ਦੇ ਪ੍ਰਤੀ ਜਾਣੂ ਸੀ ਔਰ ਉਹਨਾਂ ਹੱਕਾਂ ਨੂੰ ਮੰਗਣ ਦੇ ਲਈ ਆਵਾਜ਼ ਵੀ ਚੁੱਕਦੇ ਸੀ। ਇਸੇ ਦੇ ਲਈ ਸਮੇਂ-ਸਮੇਂ ਤੇ ਜਿਹੜੇ ਹੱਕਾਂ ਨੂੰ ਲੈਣ ਦੇ ਲਈ ਆਵਾਜ਼ ਚੁੱਕਦੇ, ਉਹਨਾਂ ਨੇ ਆਵਾਜ਼ਾਂ ਨੂੰ ਦਬਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾਂਦੀ ਹੈ। ਲੇਕਿਨ ਦਰਸ਼ਕੋ, ਅਸੀਂ ਇਹੀ ਤੁਹਾਨੂੰ ਕਵਾਂਗੇ ਕਿ ਸਾਡੇ ਜਿਹੜੇ ਸ਼ਹੀਦ ਹੋਏ ਯੋਧੇ ਨੇ ਉਹਨਾਂ ਨੂੰ ਸਮੇਂ-ਸਮੇਂ ਤੇ ਚੇਤੇ ਕਰਦੇ ਰਹੀਏ ਤੇ ਉਹਨਾਂ ਦੀ ਸ਼ਹਾਦਤ ਨੂੰ ਐਵੇਂ ਜਾਇਆ ਨਾ ਜਾਣ ਦਈਏ। ਤੇ ਹੁਣ ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਫਿਰ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਜੈ ਹਿੰਦ। ਜੈ ਹਿੰਦ।